ਦੇ ਵਿੱਚ ਪਹਿਲੀ ਵਾਰ ਸਕੱਤਰੇਤ ਦੇ ਵਿੱਚ ਮੀਟਿੰਗ ਇਹ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ। ਵੱਡੀ ਖਬਰ ਹੈ ਉਸ ਦਾ ਅਸੀਂ ਰੁਖ ਕਰ ਰਹੇ ਹਾਂ। ਤਾਂ ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਚੁੱਕੀ ਹੈ। ਤਾਂ ਇੱਕ ਲੰਬੀ ਬੈਠਕ ਚੱਲੀ ਸਕੱਤਰੇਤ ਦੇ ਵਿੱਚ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਪਹੁੰਚੇ ਸੀ, ਸਾਰੇ ਮੰਤਰੀ ਉੱਥੇ ਪਹੁੰਚੇ, ਚੀਫ ਸਕੱਤਰ ਕਰਨ ਅਵਤਾਰ ਸਿੰਘ ਵੀ ਉੱਥੇ ਪਹੁੰਚੇ ਹੋਏ ਸਨ। ਲਾਕਡਾਊਨ ਦੇ ਵਿੱਚ ਇਹ ਪਹਿਲੀ ਵਾਰ ਮੀਟਿੰਗ ਸੀ ਜਦੋਂ ਸਾਰੇ ਜਿਹੜੇ ਮੰਤਰੀ ਨੇ ਉਹ ਇੱਕੋ ਥਾਂ ਦੇ ਉੱਤੇ ਇਕੱਠੇ ਹੋਏ ਹੋਣ। ਹੁਣ ਤੱਕ ਕੀ ਹੋ ਰਿਹਾ ਸੀ, ਵੀਡੀਓ ਕਾਨਫਰੰਸਿੰਗ ਹੋ ਰਹੀ ਸੀ, ਯਾਨੀ ਕਿ ਤਕਨੀਕ ਦੇ ਜ਼ਰੀਏ ਹੀ ਮੀਟਿੰਗ ਹੋ ਰਹੀ ਸੀ। ਪਰ ਅੱਜ ਸਕੱਤਰੇਤ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਤੇ ਲਾਕਡਾਊਨ ਦੇ ਉੱਤੇ ਚਰਚਾ ਕੀਤੀ ਗਈ ਹੈ। ਇਹ ਵੀ ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਵੀ ਪਹੁੰਚੇ ਹੋਏ ਸਨ, ਮੁੱਖ ਸਕੱਤਰ ਕਰਨ ਅਵਤਾਰ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ। ਤਾਂ ਲਾਕਡਾਊਨ ਦੇ ਵਿੱਚ ਪਹਿਲੀ ਵਾਰ ਸਕੱਤਰੇਤ ਦੇ ਵਿੱਚ ਮੀਟਿੰਗ ਹੋਈ ਸੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਸੰਬੋਧਿਤ ਕੀਤਾ ਜਾ ਰਿਹਾ। ਬਰੀਫਿੰਗ ਉਹ ਕਰ ਰਹੇ ਨੇ। ਆਡੀਓ ਦਾ ਕੁਝ ਦਿੱਕਤ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਵਾਜ਼ ਵੀ ਤੁਹਾਡੇ ਤੱਕ ਪਹੁੰਚੇ। ਤਾਂ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਈਏ। ਪਰ ਲਾਕਡਾਊਨ ਨੂੰ ਲੈ ਕੇ ਚਰਚਾ ਦੀ ਸੰਭਾਵਨਾ ਦੇ ਵਿੱਚ ਜਤਾਈ ਜਾ ਰਹੀ ਸੀ। ਸਰ ਅੱਜ ਕੀ ਰਿਹਾ ਕਰੋਨਾ ਵਾਇਰਸ ਦੇ ਉੱਪਰ ਤਾਂ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਉੱਥੇ ਪੰਕਜ ਕਪਾਹੀ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿ ਆਖਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਜੋ ਮੀਟਿੰਗ ਨੂੰ ਲੈ ਕੇ ਬਰੀਫ ਕੀਤਾ ਗਿਆ ਹੈ। 6 ਇੰਚ ਪਿੱਛੇ ਸਭ ਅੱਜ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਹੋਈ ਔਰ ਕਾਫੀ ਸਮੇਂ ਬਾਅਦ सीएम साहब खुद मतलब पहला तो वीडियो कॉन्फ्रेंसिंग ते हुंदी सी और क्योंकि थोड़ा जा जी बीमारी है ये अपना दम तोड़ रही है तो अज सारियां दी रूबरू मीटिंग हुई। पंजाब दी कैबिनेट दा एजेंडा तो काफ़ी तफसील सीगा पर एक जिहड़ा कि एक मसला या एक मुद्दा पिछले 3 हफ्तियां तो अखबारां दी सुर्खियां दी जीनत बनिया होया सी वो चीफ सैक्रटरी साहब का मसला सी। और जिहड़ा कैबिनेट ने ये यूनैनिमस फैसला किया सी कि कोई भी कैबिनेट का मंत्री उन्हां दी हाज़री च मीटिंग नहीं करेगा। तो मीटिंग जो शुरू हुई तो कैबिनेट चीफ सैक्रटरी साहब उत्थे हाज़र हुए और उन्होंने बकायदा सारी कैबिनेट तो जो उन्हां दा अंदाजे गुफ्तगू सी, जो उन्होंने बॉडी लैंग्वेज सी, जो उन्होंने बयानिया सी उस दिन उहदी उन्होंने सारे कैबिनेट तो माफ़ी मंगी। और आइंदा जिहड़ा कि मैं समझदा है कि वो कहंदे सी कि मैं तुहानूं सारी कैबिनेट नूं शिकायत का मौका नहीं दूंगा। मैं ये भी दसदा जावां कि ये तीसरी मरतबा है कि चीफ सैक्रटरी ने एक दिन तो जिस दिन ये वाक़या होया उन्होंने उस दिन भी मैथों पर्सनली माफ़ी मंगी सी। फिर जिस दिन मेरे फादर की डेथ हुई तो अगले दिन उन्होंने बादल पिंड आके जो असी उत्थे उन्होंने दरी ते बैठे सी उत्थे भी माफ़ी मंगी और ये तीसरी मरतबा उन्होंने फिर कैबिनेट तो माफ़ी मंगी। और फिर सारी कैबिनेट की भी ये राय सी कि ना तो असी कोई फरिश्ते हैं और इंसान जिहड़ा है वो तो गलती हो जाती है, इंसान गलती का पुतला है। और 3 बारी जे कोई माफ़ी मंगे और उसनूं कोई माफ़ ना करे तो मैं समझदा है ये हंकार होगा, ये गरूर होगा, तकबर होगा। जे परमात्मा एक चीज़ ना पसंद करता इंसान च तो हंकार जिहड़ी जिस बंदे नूं हंकार होवे तो अज यूनैनिमसली कैबिनेट ने उस दिन का रवैया से उन्होंने नज़रअंदाज करता है। और एक बड़ा सोहना शेर है उर्दू दे विच है, बहुत घट लोग समझते हैं पर फिर भी मैं समझाने की कोशिश करदा है। वो कहता है कि मूसा ने पूछा बारे अल्लाह मकबूल तेरे बेटों में है कौन सिवा। हज़रत मूसा सी जिहड़े यहूदी धर्म के बानी सन उन्होंने रब नूं पुछया कि तैनूं आपदे बच्चों चों सब तो प्यारा कौन लगता है कि मूसा ने पूछा बारे अल्लाह
मकबूल तेरे बेटों में है कौन सिवा, अरशाद हुआ वो है बंदा मेरा जो ले सके और ना ले बदी का बदला। सो ਅੱਜ ਜਿਹੜਾ ਇਹ ਚੈਪਟਰ ਜਿਹੜਾ ਖਤਮ ਹੋ ਚੁੱਕਿਆ, ਪਰ ਮੈਂ ਤੁਹਾਡੇ ਰਾਹੀਂ ਇੰਨਾ ਕੁ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਪਹਿਲੀ ਮਰਤਬਾ ਨਹੀਂ ਹੋਇਆ ਕਿ ਅਫਸਰਸ਼ਾਹੀ ਦਾ ਤੇ ਜਿਹੜੇ ਲੋਕਾਂ ਦੇ ਨੁਮਾਇੰਦੇ ਹੈ ਉਹਨਾਂ 'ਚ ਕੋਈ ਵਾਦ ਵਿਵਾਦ ਜਾਂ ਇਖਤਲਾਫਾਤ ਹੋਇਆ, ਔਰ ਇਹ ਅਖੀਰਲੀ ਵਾਰੀ ਨਹੀਂ ਹੈ ਕਿ ਇਹ ਜਿਹੜਾ ਹੈ ਵਾਦ ਵਿਵਾਦ ਹੋਇਆ। ਔਰ ਇਹ ਜਿਹੜਾ ਤਜ਼ਾਦ ਪੈਦਾ ਕਿਵੇਂ ਹੁੰਦਾ ਹੈ ਜਾਂ ਕਿੱਥੋਂ ਹੁੰਦਾ ਹੈ, ਉਹ ਪੈਦਾ ਇਸ ਕਰਕੇ ਹੁੰਦਾ ਹੈ ਕਿ ਜਿਹੜੇ ਅਫਸਰ ਹੈ ਇਹਨਾਂ ਦੀ ਜਿਹੜੀ ਮੁਲਾਜ਼ਮਤ ਦੀ ਮੁੱਦਤ ਹੈ ਉਹ 35 ਸਾਲ ਹੁੰਦੀ ਹੈ, ਜਿਹੜੇ ਐਮਐਲਏ ਹੁੰਦੇ ਹੈ ਉਹਨਾਂ ਦੀ ਮੁਲਾਜ਼ਮਤ ਦੀ ਮੁੱਦਤ 5 ਸਾਲ ਹੁੰਦੀ ਹੈ। ਐਮਐਲਏ ਤੇ ਮੰਤਰੀ ਕਾਲੇ ਹੁੰਦੇ ਹੈ ਕਿ ਅਸੀਂ 5 ਸਾਲ ਬਾਅਦ ਅਸੀਂ ਲੋਕਾਂ ਦੀ ਕਚਹਿਰੀ 'ਚ ਜਾ ਕੇ ਅਸੀਂ ਆਪਣਾ ਜਵਾਬ ਦੇ ਦੇਣਾ ਹੈ। ਸੋ ਜਿਹੜਾ 5 ਸਾਲ ਜਿਹਨੇ 5 ਸਾਲ ਵਾਸਤੇ ਰਹਿਣਾ ਉਹਦੇ ਪੈਰ ਮੱਚਦੇ ਹੁੰਦੇ ਆ ਕਿ ਅਸੀਂ ਜਲਦੀ ਤੋਂ ਜਲਦੀ ਅਸੀਂ ਆਪਣੇ ਹਲਕੇ ਦੀ ਪੰਜਾਬ ਦੀ ਕੋਈ ਨਾ ਕੋਈ ਡਿਵੈਲਪਮੈਂਟ ਕਰਾਈਏ। ਜਿਨ੍ਹਾਂ ਨੇ 35 ਸਾਲ ਰਹਿਣਾ ਹੁੰਦਾ ਹੈ ਉਹਨਾਂ ਦੀ ਚਾਲ ਤੇ 5 ਸਾਲ ਵਾਲਿਆਂ ਦੀ ਚਾਲ ਕਈ ਵਾਰੀ ਨਹੀਂ ਮਿਲਦੀ, ਔਰ ਇਸ ਵਜ੍ਹਾ ਨਾਲ ਇਹ ਤਜ਼ਾਦ ਹੁੰਦਾ ਹੈ। ਬਹਰਹਾਲ ਇਹ ਜਿਹੜਾ ਚੈਪਟਰ ਹੈ ਮੈਂ ਸਮਝਦਾ ਕਿ ਅੱਜ ਚੀਫ ਸੈਕਟਰੀ ਸਾਹਿਬ ਨੇ ਮਾਫੀ ਮੰਗ ਕੇ ਇੱਕ ਗੱਲ ਤਾਂ ਵਾਜ਼ਿਹ ਹੈ ਕਿ ਲੋਕਤੰਤਰ ਦੀ ਜਿੱਤ ਹੋਈ ਹੈ। ਲੋਕਤੰਤਰ ਦੇ ਵਿੱਚ ਜਿਹੜੇ ਲੋਕਾਂ ਦੇ ਨੁਮਾਇੰਦੇ ਹੈ ਉਹਨਾਂ ਦੀ ਅਹਿਮੀਅਤ ਜਿਹੜੀ ਹੈ ਉਹ ਬਿਊਰੋਕਰੇਸੀ ਨਾਲੋਂ ਜ਼ਿਆਦਾ ਹੈ, ਔਰ ਉਹਨਾਂ ਦਾ ਜਿਹੜੀ ਪੋਜੀਸ਼ਨ ਹੈ ਜਾਂ ਉਹਨਾਂ ਦੀ ਗੱਲਬਾਤ ਜਿਹੜੀ ਹੈ ਉਹਨੂੰ ਤਰਜੀਹ ਜਿਹੜੀ ਹੈ ਦੇਣੀ ਜ਼ਰੂਰੀ ਹੈ। ਸੋ ਇਸ ਤੋਂ ਇਲਾਵਾ ਮੈਂ ਨਹੀਂ ਸਮਝਦਾ ਆਈ ਹੈਵ ਐਨੀਥਿੰਗ ਐਲਸ ਟੂ ਸੇ। ਥੈਂਕ ਯੂ ਸਰ ਕੈਬਨਿਟ ਦੇ ਜਿਹੜੇ ਬਕਾਇਆ ਮਸਲੇ ਆ ਉਹਨਾਂ ਦਾ ਪ੍ਰੈਸ ਨੋਟ ਤੁਹਾਨੂੰ ਪਹੁੰਚ ਜਾਏਗਾ। ਮੈਨੂੰ ਕਿਉਂਕਿ ਕਾਫੀ ਲੰਬਾ ਏਜੰਡਾ ਸੀ, ਮੈਨੂੰ ਉਂਗਲਾਂ ਦੇ ਪੋਟਿਆਂ ਤੇ ਯਾਦ ਨਹੀਂ। ਸਰ ਲੋਕਡਾਊਨ ਦੇ ਬਾਰੇ 'ਚ ਅਜੇ ਤੱਕ ਕੋਈ ਹਤਮੀ ਫੈਸਲਾ ਫਾਈਨਲ ਫੈਸਲਾ ਤਾਂ ਨਹੀਂ ਹੋਇਆ ਹੈ, ਔਰ ਅਗਲੇ 1-2 ਦਿਨਾਂ 'ਚ ਸੀਐਮ ਸਾਹਿਬ ਔਰ ਸਾਰੇ ਸਟੇਟਸ ਔਰ ਉਸ ਸਾਰੇ ਸਟੇਟਸ ਗਵਰਨਮੈਂਟ ਆਫ ਇੰਡੀਆ ਦੀ ਮੁਸ਼ਾਵਰਤ ਨਾਲ ਕੋਸ਼ਿਸ਼ ਇਹ ਹੋਏਗੀ, ਕਿਉਂਕਿ ਜਿਹੜਾ ਵੱਡਾ ਫਿਕਰ ਹੈ ਕਿ ਜਿਹੜਾ ਕਾਰੋਬਾਰ ਹੈ, ਜਿਹੜਾ ਵਪਾਰ ਹੈ ਉਹਦੇ ਖਤਮ ਹੋਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਤੇ ਲੋਕਾਂ ਦੇ ਜਿਹੜੇ ਲਾਈਵਲੀਹੁੱਡ ਹੈ ਉਹਦਾ ਬਹੁਤ ਵੱਡਾ ਅਸਰ ਜਾ ਰਿਹਾ। ਔਰ ਕਾਰੋਬਾਰ ਤੇ ਵਪਾਰ ਜਿਹੜਾ ਜਦੋਂ ਤਾਈਂ ਨਹੀਂ ਚੱਲੇਗਾ ਉਦੋਂ ਤਾਈਂ ਪੰਜਾਬ ਜਿਹੜਾ ਹੈ ਖੁਸ਼ਹਾਲੀ ਤੇ ਤਰੱਕੀ ਦੀ ਅਗਲੀ ਪੌੜੀ ਤੇ ਨਹੀਂ ਚੜ੍ਹ ਸਕਦਾ। ਸੋ ਇੱਕ ਬੜਾ ਫਾਈਨ ਬੈਲੈਂਸ ਜਿਹੜਾ ਹੈ ਉਹ ਬਣਾਉਣਾ ਪੈਣਾ ਤਾਂ ਕਿ ਪੰਜਾਬ ਜਿਹੜਾ ਹੈ ਇਹ ਕਾਰੋਬਾਰ, ਪੰਜਾਬ ਦੀ ਇਕਨੋਮੀ, ਪੰਜਾਬ ਦੀ ਜਿਹੜੀ ਮਈਸ਼ਤ ਹੈ ਉਹਨੂੰ ਅਸੀਂ ਜ਼ਿਆਦਾ ਦੇਰ ਤੱਕ ਠੱਪ ਨਹੀਂ ਰੱਖ ਸਕਦੇ। ਮੰਤਰੀ ਜੀ ਇੱਕ ਜਿਹੜਾ ਦੋਸ਼ ਲਾਇਆ ਸੀ ਰਾਜਾ ਵੜਿੰਗ ਹੋਣਾ ਨੇ ਮੰਤਰੀ ਸਾਹਿਬ ਉਹਨਾਂ ਨੇ ਕਿਥੋਂ ਕੀਤਾ ਸੀ ਚੀਫ ਸੈਕਟਰੀ ਸਾਹਿਬ ਦਾ ਬੇਟਾ ਜਿਹੜਾ ਉਹ ਵੀ ਸ਼ਰਾਬ ਦੇ ਕਾਰੋਬਾਰ ਤੇ ਸ਼ਾਮਲ ਉਹਦੀ ਪ੍ਰਤਾਪ ਨਹੀਂ ਕਨਫਲਿਕਟ ਆਫ ਇੰਟਰਸਟ ਦਾ ਮਾਮਲਾ ਦੱਸਿਆ ਸਭ ਇਹਦਾ ਜਿਹੜਾ ਜਵਾਬ ਹੈ ਇਹ ਸੀਐਮ ਸਾਹਿਬ ਦੇ ਸਕਣਗੇ, ਪਰ ਜਿੱਥੋਂ ਤੱਕ ਮੈਨੂੰ ਦੱਸਿਆ ਗਿਆ ਹੈ ਕਿ ਚੀਫ ਸੈਕਟਰੀ ਸਾਹਿਬ ਨੇ ਰਿਟਨ ਦਿੱਤਾ ਹੈ, ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਬੇਟਾ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਉਹ ਮੁਲਵਜ਼ ਨਹੀਂ ਹੈ, ਉਹ ਸ਼ਰਾਬ ਦਾ ਕਾਰੋਬਾਰ ਪੰਜਾਬ ਸਟੇਟ 'ਚ ਨਹੀਂ ਕਰਦਾ। ਮੈਨੂੰ ਇਹ ਦੱਸਿਆ ਗਿਆ, ਇਹਦਾ ਮੈਂ ਜਵਾਬ ਜਿਹੜਾ ਹੈ ਇਹ ਤਾਂ ਸੀਐਸ ਜਾਂ ਸੀਐਮ ਸਾਹਿਬ ਦੇ ਸਕਦੇ। ਥੈਂਕ ਯੂ। ਤਾਂ ਵੱਡੀ ਖਬਰ ਹੈ ਇਸ ਸਮੇਂ ਦੀ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕੈਬਨਿਟ ਤੋਂ ਮਾਫੀ ਮੰਗੀ ਹੈ ਤੇ ਉਸ ਮਾਫੀ ਤੋਂ ਬਾਅਦ ਆਲ ਇਜ਼ ਵੈਲ ਮਨਪ੍ਰੀਤ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਏ। ਇਹ ਉਹੀ ਮਨਪ੍ਰੀਤ ਬਾਦਲ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿੱਥੇ ਮੁੱਖ ਸਕੱਤਰ ਪਹੁੰਚਣਗੇ ਕਰਨ ਅਵਤਾਰ ਸਿੰਘ ਮੈਂ ਉਸ ਮੀਟਿੰਗ ਦੇ ਵਿੱਚ ਨਹੀਂ ਜਾਵਾਂਗਾ। ਖੈਰ ਲੰਚ ਡਿਪਲੋਮੈਸੀ ਦੇ ਜ਼ਰੀਏ ਮੁੱਖ ਮੰਤਰੀ ਸਭ ਕੁਝ ਸੁਲਝਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹੇ ਤੇ ਆਖਿਰ ਕਾਮਯਾਬ ਵੀ ਹੋਏ ਨੇ। ਦੋ ਇਸ ਸਮੇਂ ਅਹਿਮ ਖਬਰਾਂ ਨੇ। ਪਹਿਲਾਂ ਲਾਕਡਾਊਨ ਨੂੰ ਲੈ ਕੇ ਜੋ ਬਹੁਤ ਸਾਰੇ ਸਵਾਲ, ਕਿਸੇ ਦੇ ਨਾਲ ਕੋਈ ਜਾਤੀ ਰੰਜਿਸ਼ ਹੈ, ਅਸੀਂ ਹਰ ਕਿਸੇ ਦਾ ਸਤਿਕਾਰ ਕਰਦੇ ਹਾਂ, ਲੇਕਿਨ ਇਹ ਲੜਾਈ ਆਮ ਨਾਗਰਿਕ ਦੀ ਹੈ। ਪਹਿਲਾਂ ਤੁਸੀਂ ਸਾਰੇ ਜਣੇ ਬੋਲੋ, ਫਿਰ ਮੈਂ ਬੋਲ ਲੈਂਦਾ ਯਾਰ। ਨਹੀਂ ਐਦਾਂ ਨਾ ਕਰੋ। ਤੁਸੀਂ ਅੱਜ ਜਿਹੜੀ ਬੈਠਕ ਹੋਈ ਹੈ ਚੀਫ ਸੈਕਟਰੀ ਸਾਹਿਬ ਨੇ ਜਿਹੜੀ ਅੱਜ ਮਾਫੀ ਮੰਗੀ ਹੈ ਮੁੱਖੀ ਕੈਬਨਿਟ ਤੋਂ ਔਰ
ਮਾਫੀਨਾਮੇ ਤੋਂ? ਇਸ ਤਰ੍ਹਾਂ ਕਿ ਮੇਨ ਜਿਹੜੀ ਗੱਲ ਹੈ ਉਹ ਮੇਰੇ ਨਾਲ ਹੋਈ ਸੀ, ਲੇਕਿਨ ਇਹ ਕੋਈ ਈਗੋ ਕਲੈਸ਼ ਨਹੀਂ ਹੈ, ਮੇਰੀ ਕੋਈ ਜਾਤੀ ਰੰਜਿਸ਼ ਨਹੀਂ ਹੈ। ਲੜਾਈ ਹੈਗੀ ਹੈ ਲੋਕਤੰਤਰ ਦੇ ਵਿੱਚ ਲੋਕ ਨੁਮਾਇੰਦਿਆਂ ਦੀ ਕਿਆ ਸਥਿਤੀ ਹੈ, ਨੌਕਰਸ਼ਾਹੀ ਬਿਊਰੋਕ੍ਰੇਸੀ ਨੇ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ। ਪੰਚ ਸਰਪੰਚ ਆਮ ਨਾਗਰਿਕ ਉਹਦਾ ਸਰਕਾਰੇ ਦਰਬਾਰੇ ਸਤਿਕਾਰ ਹੋਣਾ ਚਾਹੀਦਾ ਹੈ। ਜ਼ਿਲ੍ਹਾ ਪਰਿਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਐਮਐਲਏ ਇਹਨਾਂ ਦਾ ਅਫਸਰ ਸਤਿਕਾਰ ਕਰਨ, ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈ। ਜਿਹੜਾ ਸਾਡਾ ਆਮ ਬੰਦਾ ਪਟਵਾਰੀ ਕੋਲ ਜਾਂਦਾ ਹੈ ਉਹਨੂੰ ਸਤਿਕਾਰ ਮਿਲੇ, ਇਹ ਲੜਾਈ ਹੈ। ਇਹ ਲੜਾਈ ਬੜੀ ਦੇਰ ਤੋਂ ਚੱਲੀ ਆ ਰਹੀ ਹੈ, ਲੇਕਿਨ ਅੱਜ ਇੱਕ ਇਤਿਹਾਸਕ ਗੱਲ ਹੋਈ ਹੈ ਕਿ ਅਫਸਰਸ਼ਾਹੀ ਨੇ ਲੋਕਾਂ ਨੂੰ, ਲੋਕਤੰਤਰ ਨੂੰ ਮੰਨਿਆ ਤੇ ਲੋਕਤੰਤਰ ਦੀ ਇਹਦੇ ਵਿੱਚ ਜਿੱਤ ਹੈ। ਲੇਕਿਨ ਇਹਦੇ ਨਾਲ ਇਹ ਹੈ ਕਿ ਆਪਸ ਦੇ ਵਿੱਚ ਇੱਕ ਅੱਛਾ ਮਾਹੌਲ ਬਣਿਆ ਹੈ। ਮੁੱਖ ਮੰਤਰੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਅੱਗੇ ਹੋ ਕੇ ਇਹ ਮਸਲੇ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਔਰ ਵਧੀਆ ਤਰੀਕੇ ਦੇ ਨਾਲ ਨਿਬੇੜਿਆ। ਧੰਨਵਾਦ ਸਰ। ਹੋਰ ਕੈਬਨਿਟ 'ਚ ਕਿਹੜੇ ਏਜੰਡੇ ਉਹ ਹੁਣ ਤੁਸੀਂ ਸਾਰੇ ਮਾਨ ਉਹਨਾਂ ਨੇ ਦੱਸ ਰਹੇ। ਦੱਸ ਦਿਓ ਕਿਹੜੇ ਮੇਨ ਏਜੰਡੇ। ਦੇਖੋ ਇਹਦੇ ਵਿੱਚ ਟਰਾਂਸਪੋਰਟ ਦਾ ਵੀ ਹੈ, ਕੋਵਿਡ ਦਾ ਵੀ ਹੈ, ਰੂਰਲ ਡਿਵੈਲਪਮੈਂਟ ਦੇ ਵਿੱਚ ਡਿਵੈਲਪਮੈਂਟ ਕਿਸ ਤਰੀਕੇ ਦੇ ਨਾਲ ਕਰਨੀ ਹੈ, ਮਨਰੇਗਾ ਦਾ ਵੀ ਹੈ। ਸਾਰੇ ਮਾਮਲੇ ਉਹਦੇ ਬਾਰੇ ਵੱਖਰੇ ਤੌਰ ਤੇ ਪ੍ਰੈਸ ਨੋਟ ਜਾਰੀ ਹੋ ਜਾਏਗਾ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਤਾਂ ਵੱਡੀ ਖਬਰ ਇਸ ਸਮੇਂ ਦੀ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਦੋ ਅਹਿਮ ਖਬਰਾਂ ਇਸ ਸਮੇਂ ਜਾਣਨੀਆਂ ਜ਼ਰੂਰੀ। ਪਹਿਲੀ, ਲਾਕਡਾਊਨ ਨੂੰ ਲੈ ਕੇ ਕੋਈ ਮੁਕੰਮਲ ਤੌਰ ਤੇ ਸਪਸ਼ਟ ਫੈਸਲਾ ਅਜੇ ਨਹੀਂ ਲਿਆ ਗਿਆ। ਮਨਪ੍ਰੀਤ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਅਜੇ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ ਕਿ 1 ਜੂਨ ਤੋਂ ਕੀ ਕੁਝ ਤਸਵੀਰ ਸਾਫ਼ ਹੋਵੇ ਉਸ ਨੂੰ ਲੈ ਕੇ। ਪਰ ਲਾਕਡਾਊਨ ਦੇ ਉੱਤੇ ਚਰਚਾ ਹੋਈ ਹੈ, ਇਹ ਤਾਂ ਉਹ ਸੰਕੇਤ ਸਾਫ਼ ਦੇ ਗਏ। ਪਰ ਇਸ ਸਭ ਦੇ ਵਿਚਾਲੇ ਜੋ ਅਹਿਮ ਮੁੱਦਾ ਪਿਛਲੇ ਦਿਨੀ ਸੂਬੇ ਦੀ ਸਿਆਸਤ ਦੇ ਵਿੱਚ ਗਰਮਾਇਆ ਹੋਇਆ ਸੀ, ਮੰਤਰੀ ਅਤੇ ਮੁੱਖ ਸਕੱਤਰ ਆਮੋ ਸਾਹਮਣੇ ਸੀ। ਮਨਪ੍ਰੀਤ ਬਾਦਲ, ਚਰਨਜੀਤ ਚੰਨੀ ਤੇ ਕਰਨ ਅਵਤਾਰ ਸਿੰਘ ਆਮੋ ਸਾਹਮਣੇ ਨਜ਼ਰ ਆਉਂਦੇ ਸੀ। ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਨੇ ਹੀ ਜ਼ਿਕਰ ਕੀਤਾ ਸੀ ਕਿ ਅਸੀਂ ਨਹੀਂ ਜਾਵਾਂਗੇ ਜਿੱਥੇ ਜਾਣਗੇ ਕਰਨ ਅਵਤਾਰ ਸਿੰਘ। ਪਰ ਹੁਣ ਕਰਨ ਅਵਤਾਰ ਸਿੰਘ ਮੀਟਿੰਗ ਦੇ ਵਿੱਚ ਸ਼ਾਮਲ ਵੀ ਹੋਏ ਤੇ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਇਹ ਜ਼ਿਕਰ ਵੀ ਕਰ ਗਏ ਕਿ ਮੁੱਖ ਸਕੱਤਰ ਨੇ ਪੂਰੀ ਕੈਬਨਿਟ ਤੋਂ ਮੁਆਫੀ ਮੰਗੀ ਹੈ ਆਪਣੇ ਵਤੀਰੇ ਦੇ ਲਈ, ਜੋ ਲਹਿਜ਼ਾ ਉਹਨਾਂ ਦੇ ਵੱਲੋਂ ਅਪਣਾਇਆ ਗਿਆ ਉਸ ਦੇ ਲਈ ਤਾਂ ਮੁਆਫੀ ਮੰਗੀ ਗਈ ਹੈ। ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਇਹ ਤੀਜਾ ਮੌਕਾ ਹੈ, ਇਸ ਪੂਰੇ ਗੁਫ਼ਤਗੂ ਦੇ ਵਿੱਚ ਤੀਜਾ ਮੌਕਾ ਹੈ ਜਦੋਂ ਮੁਆਫੀ ਮੰਗੀ ਗਈ ਕਰਨ ਅਵਤਾਰ ਸਿੰਘ ਦੇ ਵੱਲੋਂ। ਤੇ ਇਸ ਕਰਕੇ ਯੂਨੈਨਿਮਸਲੀ ਪੂਰੀ ਕੈਬਨਿਟ ਨੇ ਫੈਸਲਾ ਲਿਆ ਕਿ ਠੀਕ ਹੈ, ਜੇਕਰ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਤਾਂ ਇਸ ਚੈਪਟਰ ਨੂੰ ਇੱਥੇ ਹੀ ਕਲੋਜ਼ ਕਰ ਦਿੱਤਾ ਜਾਵੇ। ਤਾਂ ਚੈਪਟਰ ਖਤਮ, ਯਾਨੀ ਕਿ ਮੁੱਦਾ ਹੁਣ ਨਹੀਂ ਹੈ ਕਰਨ ਅਵਤਾਰ ਸਿੰਘ ਅਤੇ ਮਨਪ੍ਰੀਤ ਬਾਦਲ ਤੇ ਚੰਨੀ ਜੋ ਆਮੋ ਸਾਹਮਣੇ ਇਸ ਸਮੇਂ ਨਜ਼ਰ ਆ ਰਹੇ ਸਨ। ਤਾਂ ਕਿਤੇ ਨਾ ਕਿਤੇ ਲੰਚ ਡਿਪਲੋਮੈਸੀ ਕੰਮ ਕਰ ਗਈ। ਮੁੱਖ ਮੰਤਰੀ ਨੇ ਵੱਖ-ਵੱਖ ਤੌਰ ਦੇ ਉੱਤੇ ਬੁਲਾਇਆ, ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ ਵੀ ਬੁਲਾ ਲਿਆ, ਚਰਨਜੀਤ ਚੰਨੀ ਦੇ ਨਾਲ ਵੀ ਬੈਠ ਕੇ ਲੰਚ ਕਰ ਲਿਆ। ਤਾਂ ਉਸ ਲੰਚ ਦੇ ਵਿੱਚ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਸੀ, ਉਸ ਦੇ ਵਿੱਚ ਮੁੱਖ ਮੰਤਰੀ ਕਾਮਯਾਬ ਰਹੇ ਨੇ। ਰੁਕ ਕਰਦੇ ਹਾਂ, ਪੰਕਜ ਕਪਾਹੀ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਲਾਕਡਾਊਨ ਨੂੰ ਲੈ ਕੇ ਕੀ ਕੁਝ ਤੁਹਾਡੇ ਕੋਲ ਅਪਡੇਟ ਤੇ ਸੀਐਸ ਵਾਲਾ ਮੁੱਦਾ ਤਾਂ ਫਿਰ ਮੁੱਖ ਮੰਤਰੀ ਦੇ ਪੂਰੇ ਜਿਹੜੇ ਦਾਸ ਸੀਗੇ ਉਹ ਬਿਲਕੁਲ ਸਹੀ ਸੈੱਟ ਬੈਠੇ ਤੇ ਆਲ ਇਜ਼ ਵੈਲ। ਮਨਪ੍ਰੀਤ ਬਾਦਲ ਖੁਦ ਆਪਣੇ ਮੂੰਹ ਤੋਂ ਕਹਿ ਗਏ ਕਿ ਚੈਪਟਰ ਕਲੋਜ਼ ਕਰ ਦੋ। ਬਿਲਕੁਲ, ਕਿਉਂਕਿ ਲਗਾਤਾਰ ਜੋ ਨਾਰਾਜ਼ਗੀ ਨਜ਼ਰ ਆ ਰਹੀ ਸੀ, ਚਾਹੇ ਵਿਧਾਇਕਾਂ ਦੀ ਹੋਵੇ ਚਾਹੇ ਮੰਤਰੀਆਂ ਦੀ ਹੋਵੇ, ਔਰ ਮੁੱਖ ਮੰਤਰੀ ਦੀ ਇੱਕ ਵਾਰ ਫਿਰ ਲੰਚ ਡਿਪਲੋਮੈਸੀ ਜਿਹੜੀ ਹੈ ਉਹ ਕਾਮਯਾਬ ਹੁੰਦੀ ਹੋਈ ਸਾਬਤ ਆਈ ਹੈ। ਮੁੱਖ ਮੰਤਰੀ ਦੀ ਜਿਹੜੀ ਲੰਚ ਡਿਪਲੋਮੈਸੀ ਦੇ ਜ਼ਰੀਏ ਜਿਹੜੇ ਮੰਤਰੀਆਂ ਜਾਂ ਵਿਧਾਇਕਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋਏ ਨੇ। ਔਰ ਦੂਜੇ ਪਾਸੇ ਚੀਫ ਸੈਕਟਰੀ ਹੋਰਾਂ ਨੇ ਵੀ ਮਾਫੀ ਮੰਗ ਲਈ। ਚੀਫ ਸੈਕਟਰੀ ਹੋਰਾਂ ਨੇ ਇਹ ਕਹਿ ਦਿੱਤਾ ਕਿ ਉਹ ਇਸ ਗੱਲ ਨੂੰ ਲੈ ਕੇ ਸ਼ਰਮਿੰਦਾ ਨੇ ਔਰ ਅੱਗੇ ਤੋਂ ਇਸ ਤਰੀਕੇ ਦੇ ਨਾਲ ਕੋਈ ਵੀ ਵਿਵਹਾਰ ਜਿਹੜਾ ਉਹ ਨਹੀਂ ਰਹੇਗਾ। ਔਰ ਮੇਰੇ ਨਾਲ ਇਸ ਵੇਲੇ ਚੰਨੀ ਹੋਰੀ ਨੇ। ਚੰਨੀ ਸਾਹਿਬ, ਕਿਵੇਂ ਲਾਈਵ ਤੁਸੀਂ ਲਾਈਵ ਹੋ? ਚੰਨੀ ਸਾਹਿਬ ਤੁਸੀਂ ਲਾਈਵ ਹੋ, ਔਰ ਕਿਵੇਂ ਦੇਖਦੇ ਹੋ ਤੁਸੀਂ? ਕੀ ਕਹਿਣਾ ਚਾਹੋਗੇ ਕੈਬਨਿਟ ਬਾਰੇ? ਤੁਸੀਂ ਲਾਈਵ ਹੋ ਇਸ ਵੇਲੇ ਨਿਊਜ਼ 18 ਤੇ। ਜੋ ਮਸਲਾ ਚੀਫ ਸੈਕਟਰੀ ਸਾਹਿਬ ਤੇ ਸਾਡੇ ਦਰਮਿਆਨ ਚੱਲ ਰਿਹਾ ਸੀ, ਉਸ ਦਾ ਅੱਜ ਇਤਿਹਾਸਕ ਐਂਡ ਹੋ ਗਿਆ ਹੈ ਕਿ ਮੁੱਖ ਮੰਤਰੀ ਜੀ ਦੇ ਵਿੱਚ ਪੈਣ ਤੇ, ਮੁੱਖ ਮੰਤਰੀ ਜੀ ਦੇ ਕਹਿਣ ਤੇ ਉਹਨਾਂ ਨੇ, ਚੀਫ ਸੈਕਟਰੀ ਨੇ ਪੂਰੀ ਕੈਬਨਿਟ ਤੋਂ ਤੇ ਮੁੱਖ ਮੰਤਰੀ ਜੀ ਤੋਂ ਆਪਣੇ ਬਿਹੇਵੀਅਰ ਲਈ ਮਾਫੀ ਮੰਗ ਲਈ ਹੈ, ਜਿਸ ਦਾ ਕੈਬਨਿਟ ਨੇ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਜਿਹੜਾ ਬੰਦਾ ਮਾਫੀ ਹੀ ਮੰਗ ਲੇ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ। ਇਸ ਤਰੀਕੇ ਦੇ ਨਾਲ ਅੱਜ ਇਹ ਚੀਜ਼ ਖਤਮ ਹੋਈ ਹੈ। ਇਹ ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ ਕਾਮਯਾਬ ਹੋਈ ਹੈ। ਮੁੱਖ ਮੰਤਰੀ ਨੇ ਤੁਹਾਨੂੰ ਬੁਲਾਇਆ, ਤੁਸੀਂ ਆਪਣੀ ਗੱਲਬਾਤ ਰੱਖੀ ਔਰ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਹੋਰੀ ਕਹਿ ਰਹੇ ਸੀਗੇ ਕਿ 3 ਵਾਰ ਮਾਫੀ ਚੀਫ ਸੈਕਟਰੀ ਨੇ ਮੰਗੀ।
ਦੇਖੋ ਇਹ ਲੜਾਈ ਮੇਰੀ ਨਹੀਂ ਹੈ, ਮੇਰਾ ਕੋਈ ਈਗੋ ਕਲੈਸ਼ ਨਹੀਂ ਹੈ, ਮੇਰਾ ਉਹਨਾਂ ਦੇ ਨਾਲ ਕੋਈ ਆਪਣੇ ਜਾਤੀ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਹੈ। ਹਾਲਾਂਕਿ ਮੇਰੇ ਨਾਲ ਝਗੜਾ ਹੋਇਆ ਸੀ, ਲੇਕਿਨ ਇਹ ਲੜਾਈ ਹੈਗੀ ਹੈ ਇੱਕ ਆਮ ਨਾਗਰਿਕ ਦੀ। ਇੱਕ ਪੰਚ, ਸਰਪੰਚ, ਬਲਾਕ ਸੰਮਤੀ ਦੇ ਮੈਂਬਰ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਐਮਐਲਏ, ਉਹਨਾਂ ਦੀ ਸਰਕਾਰੇ ਦਰਬਾਰੇ ਜਿਹੜੇ ਲੋਕਾਂ ਨੇ ਚੁਣੇ ਹੋਏ ਬੰਦੇ ਆ, ਉਹਨਾਂ ਦੀ ਇੱਜ਼ਤ ਹੋਵੇ। ਜੇ ਮੰਤਰੀ ਦੀ ਇੱਜ਼ਤ ਚੀਫ ਸੈਕਟਰੀ ਨਹੀਂ ਕਰੇਗਾ, ਹੋਰ ਵੱਡੇ ਅਫਸਰ ਨਹੀਂ ਕਰਨਗੇ, ਤਾਂ ਹੇਠਾਂ ਇੱਕ ਤਹਿਸੀਲਦਾਰ, ਇੱਕ ਸਾਡੇ ਆਮ ਨਾਗਰਿਕ ਜਾਂ ਨੰਬਰਦਾਰ ਜਾਂ ਪੰਚ ਦੀ ਜਾਂ ਸਰਪੰਚ ਦੀ ਇੱਜ਼ਤ ਨਹੀਂ ਕਰੇਗਾ। ਸੋ ਇਹ ਇੱਕ ਵੱਡੀ ਲੜਾਈ ਸੀ, ਆਮ ਜਨਤਾ ਦੀ ਲੜਾਈ ਹੈ, ਜਿਹੜੀ ਦਾ ਅੱਜ ਇੱਕ ਇਤਿਹਾਸਕ ਐਂਡ ਹੋਇਆ ਕਿ ਲੋਕਤੰਤਰ ਦੇ ਵਿੱਚ ਲੋਕ ਨੁਮਾਇੰਦਿਆਂ ਦੀ ਸੁਣੀ ਗਈ ਹੈ ਤੇ ਅਫਸਰਸ਼ਾਹੀ ਨੇ ਝੁੱਕ ਕੇ ਉਸ ਨੂੰ ਇਹ ਮੰਨਿਆ ਹੈ ਕਿ ਲੋਕ ਅੱਜ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਲੋਕ ਸੁਪਰੀਮ ਹੈ। ਮਨਪ੍ਰੀਤ ਬਾਦਲ ਹੋਰਾਂ ਨੇ ਦੋ ਅਹਿਮ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਇਹ ਪਹਿਲੀ ਤੇ ਆਖਰੀ ਲੜਾਈ ਨਹੀਂ ਹੈ, ਅਫਸਰਸ਼ਾਹੀ ਨਾਲ ਹਮੇਸ਼ਾ ਲੜਾਈ ਜਾਰੀ ਰਹਿੰਦੀ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਚੀਫ ਸੈਕਟਰੀ ਨੇ ਲਿਖ ਕੇ ਦਿੱਤਾ ਕਿ ਉਹਨਾਂ ਦਾ ਬੇਟਾ ਸ਼ਰਾਬ ਕਾਰੋਬਾਰ 'ਚ ਇਨਵੋਲਵ ਨਹੀਂ। ਇਸ ਤਰ੍ਹਾਂ ਕਿ ਚੀਫ ਸੈਕਟਰੀ ਨੇ ਖਾਸ ਤੌਰ ਤੇ ਉਹਦੇ 'ਚ ਵਿਧਾਨ ਸਭਾ ਕੈਬਨਿਟ ਦੇ ਵਿੱਚ ਕਿਹਾ ਹੈ ਮੁੱਖ ਮੰਤਰੀ ਜੀ ਨੂੰ ਤੇ ਕੈਬਨਿਟ ਨੂੰ ਪੂਰੀ ਨੂੰ ਕਿ ਜੋ ਮੇਰਾ ਬਿਹੇਵੀਅਰ ਪਿਛਲੇ ਦੇ ਵਿੱਚ ਝਗੜਾ ਪਿਆ, ਮੈਂ ਉਸ ਆਪਣੇ ਵਿਵਹਾਰ ਦੇ ਲਈ ਅੱਜ ਪੂਰੀ ਕੈਬਨਿਟ ਤੋਂ ਮਾਫੀ ਮੰਗਦਾ। ਮੈਂ ਚੰਨੀ ਜੀ ਨੂੰ ਜੋ ਬੋਲਿਆ ਉਸ ਤੋਂ ਵੀ, ਜੋ ਮੈਂ ਕੈਬਨਿਟ ਵਿੱਚ ਮਨਪ੍ਰੀਤ ਜੀ ਨੂੰ ਬੋਲਿਆ ਉਹਦੇ ਤੇ ਵੀ, ਸੋ ਉਹਨਾਂ ਨੇ ਮਾਫੀ ਮੰਗ ਲਈ ਸੀ, ਗੱਲ ਖਤਮ ਹੋ ਗਈ ਹੈ। ਲੇਕਿਨ ਗੱਲ ਉਦੋਂ ਖਤਮ ਹੋਣੀ ਹੈ ਜਦੋਂ ਸਾਡੇ ਇੱਕ ਪੰਚ, ਸਰਪੰਚ, ਇੱਕ ਬਲਾਕ ਸੰਮਤੀ ਮੈਂਬਰ, ਇੱਕ ਐਮਐਲਏ ਦੀ ਔਰ ਇੱਕ ਆਮ ਨਾਗਰਿਕ ਦੀ ਥੱਲੇ ਦੇ ਦਫ਼ਤਰਾਂ ਵਿੱਚ ਵੀ ਉਸੇ ਤਰ੍ਹਾਂ ਇੱਜ਼ਤ ਹੋਵੇ। ਮੈਨੂੰ ਲੱਗਦਾ ਅਫਸਰਸ਼ਾਹੀ ਹੱਲੇ ਵੀ ਭਾਰੂ ਆ, ਹੱਲੇ ਵੀ, ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਵਿਧਾਇਕ ਕਹਿ ਰਹੇ ਨੇ ਕਿ ਨੀਲੇ ਰੰਗਾਂ 'ਚ ਹੱਲੇ ਵੀ ਅਫਸਰਸ਼ਾਹੀ ਨਜ਼ਰ ਆਉਂਦੀ। ਔਰ ਅਦੋਂ ਇਸ ਵੇਲੇ ਅਗਰ ਚੀਫ ਸੈਕਟਰੀ ਮਾਫੀ ਮੰਗਦੇ ਨੇ ਤਾਂ ਅੱਗੇ ਵੀ ਬਾਕੀ ਅਫਸਰਾਂ ਨੂੰ ਵੀ ਇਹ ਮੈਸੇਜ ਆਏਗਾ। ਦੇਖੋ ਅਫਸਰਸ਼ਾਹੀ ਜੇ ਭਾਰੂ ਹੈ ਤਾਂ ਉਸੇ ਵਾਸਤੇ ਇਹ ਲੜਾਈ ਵਿੱਢੀ ਗਈ ਸੀ ਤੇ ਉਸੇ ਦਾ ਅੱਜ ਇੱਕ ਜਦੋਂ ਉੱਪਰੋਂ ਗੱਲ ਚੱਲੇਗੀ ਕਿ ਜੀ ਲੋਕ ਨੁਮਾਇੰਦਿਆਂ ਦੀ ਇੱਜ਼ਤ ਕਰਨੀ ਹੈ ਤਾਂ ਇਹ ਹੇਠਾਂ ਤੱਕ ਜਾਏਗੀ। ਅੱਜ ਸਾਡਾ ਇੱਕ ਤਹਿਸੀਲਦਾਰ ਸਾਡੇ ਸਰਪੰਚ ਨੂੰ, ਸਾਡੇ ਆਮ ਲੋਕ ਨੂੰ ਜਦੋਂ ਕੋਈ ਕੰਮ ਕਰਨ ਜਾਏਗਾ ਤਾਂ ਉਸ ਨੂੰ ਕੁਰਸੀ ਦੇਗਾ, ਜੋ ਨਹੀਂ ਦੇਗਾ ਤਾਂ ਫਿਰ ਲੜਾਈ ਜਾਰੀ ਰਹੇਗੀ। ਆਖਰੀ ਸਵਾਲ, 31 ਮਈ ਤੋਂ ਬਾਅਦ ਵੀ ਲੋਕਡਾਊਨ ਜਾਰੀ ਰਹੇਗਾ, ਇਸ ਮੁਤਲਕ ਵੀ ਕੋਈ ਗੱਲਬਾਤ ਹੋਈ? ਗੱਲ ਹੋਈ ਹੈ, ਲੇਕਿਨ ਇਹਦੇ ਵਾਸਤੇ ਇੱਕ ਕਮੇਟੀ ਬਣੀ ਹੋਈ ਹੈ ਮੁੱਖ ਮੰਤਰੀ ਜੀ ਦੇ ਨਾਲ, ਕੁਝ ਡਾਕਟਰ ਸਾਹਿਬਾਨ ਹੈ ਤੇ ਕੁਝ ਹੋਰ ਅਫਸਰ ਹੈ ਜਿਨ੍ਹਾਂ ਨੇ ਇਹ ਦੇਖਣਾ ਹੁੰਦਾ ਹੈ ਕਿ ਕਿਆ ਪੋਜੀਸ਼ਨ ਹੈ ਤੇ ਕੇਂਦਰ ਸਰਕਾਰ ਦੀ ਵੀ ਇਹਦੇ ਵਿੱਚ ਇੱਛਾ ਹੁੰਦੀ ਹੈ ਤੇ ਉਹਦੇ ਮੁਤਾਬਕ ਜਿਸ ਤਰ੍ਹਾਂ ਦਾ ਮਾਹੌਲ ਹੋਏਗਾ ਉਹ 31 ਤੱਕ ਫੈਸਲਾ ਲੈ ਲਿਆ ਜਾਏਗਾ। ਤਾਂ ਚਰਨਜੀਤ ਸਿੰਘ ਚੰਨੀ ਗੌਰਵ ਲਾਈਵ ਜੁੜੇ ਨਿਊਜ਼ 18 ਤੇ ਔਰ ਸਾਫ਼ ਸ਼ਬਦਾਂ 'ਚ ਕਹਿੰਦੇ ਹੋਏ ਨਜ਼ਰ ਆਏ ਕਿ ਸਿਰਫ ਵਿਧਾਇਕਾਂ ਦੀ ਲੜਾਈ ਨਹੀਂ ਹੈ, ਪੰਚ ਸਰਪੰਚ ਦੀ ਲੜਾਈ ਵੀ। ਔਰ ਮਨਪ੍ਰੀਤ ਬਾਦਲ ਹੋਰਾਂ ਨੇ ਵੀ ਇਹ ਕਿਹਾ ਸੀਗਾ, ਮਨਪ੍ਰੀਤ ਬਾਦਲ ਵੀ ਸਾਫ਼ ਕਹਿੰਦੇ ਹੋਏ ਨਜ਼ਰ ਆਏ ਸੀ ਇਹ ਪਹਿਲੀ ਔਰ ਆਖਰੀ ਲੜਾਈ ਨਹੀਂ ਹੈ, ਯਾਨੀ ਕਿ ਅਫਸਰਸ਼ਾਹੀ ਦੀ ਜਿਹੜੀ ਲੜਾਈ ਹੈ ਉਹ ਅੱਗੇ ਵੀ ਜਾਰੀ ਰਹਿ ਸਕਦੀ ਹੈ। ਇਸ ਤਰੀਕੇ ਦੀ ਮਨਪ੍ਰੀਤ ਬਾਦਲ ਹੋਰਾਂ ਨੇ ਵੀ ਗੱਲ ਕਹੀ। ਔਰ ਮਨਪ੍ਰੀਤ ਬਾਦਲ ਹੋਰਾਂ ਨੇ ਇਸੇ ਤਰੀਕੇ ਨਾਲ ਇਹ ਵੀ ਕਿਹਾ ਕਿ ਚੀਫ ਸੈਕਟਰੀ ਨੇ ਲਿਖ ਕੇ ਕਿਹਾ ਕਿ ਉਹਨਾਂ ਦਾ ਬੇਟਾ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਇਨਵੋਲਵ ਨਹੀਂ ਹੈ। ਗੌਰਵ ਜੀ ਪੰਕਜ ਜੀ, ਖੋੜ ਛੋਟੀ ਚੀਜ਼ ਜਾਣਨੀ ਚਾਹਾਂਗਾ ਕਿਉਂਕਿ ਐਕਸਾਈਜ਼ ਪਾਲਿਸੀ ਨੂੰ ਲੈ ਕੇ ਹੀ ਪੂਰਾ ਵਿਵਾਦ ਹੋ ਰਿਹਾ ਸੀ, ਉਸ ਦੇ ਮੁਤਲਕ ਵੀ ਕੋਈ ਗੱਲਬਾਤ ਹੋਈ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ? ਕਿਉਂਕਿ ਜਿਹੜੇ ਸ਼ਰਾਬ ਦੇ ਠੇਕੇਦਾਰ ਵਿਰੋਧ ਕਰ ਰਹੇ ਸੀ ਉਹ ਵੀ ਇੰਤਜ਼ਾਰ ਕਰ ਰਹੇ ਹੋਣਗੇ ਕਿ ਸਾਡੇ ਲਈ ਵੀ ਕੋਈ ਖਬਰ ਆਵੇ। ਬਿਲਕੁਲ ਗੌਰਵ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਇੱਕ ਕਮੇਟੀ ਜਿਹੜੀ ਹੈ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਬਣਾਈ ਗਈ ਹੈ। ਵਿਜੇਂਦਰ ਸਿੰਗਲਾ ਵੀ ਉਸ ਕੈਬਨਿਟ ਦਾ ਹਿੱਸਾ, ਸੁਖ ਸਰਕਾਰੀਆ ਵੀ ਹਿੱਸਾ ਨੇ। ਲਗਾਤਾਰ ਸ਼ਰਾਬ ਦੇ ਕਾਰੋਬਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਸ਼ਰਾਬ ਦੇ ਕਾਰੋਬਾਰੀਆਂ ਨੇ ਆਪਣੇ ਸੁਝਾਅ ਦਿੱਤੇ ਨੇ ਕਿ ਇੱਕ ਤਾਂ ਕਿਉਂਕਿ ਘੱਟ ਸਮੇਂ ਦੇ ਲਈ ਦੁਕਾਨਾਂ ਖੁੱਲਦੀਆਂ ਨੇ ਤਾਂ ਕੁਝ ਰਿਆਇਤਾਂ ਦਿੱਤੀਆਂ ਜਾਣ, ਔਰ ਇਹ ਵੀ ਬਕਾਇਦਾ ਤੌਰ ਤੇ ਕਿਹਾ ਸੀਗਾ ਕਿ ਹੋਮ ਡਿਲੀਵਰੀ ਜਿਹੜੀ ਹੈ ਉਹ ਸ਼ਰਾਬ ਦੀ ਨਹੀਂ ਹੋਣੀ ਚਾਹੀਦੀ। ਔਰ ਇਸੇ ਵਜ੍ਹਾ ਕਰਕੇ ਹੁਣ ਕੈਬਨਿਟ ਨੇ ਥੋੜੀ ਦੇਰ ਬਾਅਦ, ਕਿਉਂਕਿ तमाम मंत्री ये कहते हुए नज़र आए ने कि थोड़ी देर बाद प्रैस रिलीज़ आएगा, मुख मंत्री दफ्तर वालों प्रैस रिलीज़ आएगा और उस तो बाद ही ये तमाम जिहड़े कैबिनेट के फैसले ने उस बारे तुहानूं जानकारी जिहड़ी है गौरव मिलेगी। जी ठीक है, इंतजार रहेगा कि कुछ मीटिंग दे विच होया, पर चीफ सकत्तर नूं लैके जो विवाद सी वो किते ना किते सुलझदा होया नजर आ रहा है, क्योंकि मनप्रीत बादल इस चीज नूं साफ कर गए कि चैप्टर क्लोज कर दो, क्योंकि मुख सकत्तर करण अवतार सिंह ने 3 बारी माफी मंग ली है। अज भी कैबिनेट के सामने आके उन्होंने माफी मंगी, उस तो बाद इस पूरे मामले नूं इत्थे खत्म करना चाहिए, मनप्रीत बादल कहते नजर आए ते चरणजीत चन्नी भी। असीं एक छोटे जिहे वक्फे दे लई रुक रहे हां। न्यूज़ 18 दे उत्ते खबरां दा सिलसिला जारी रहेगा।